have more Sikhs in my cabinet than Modi does. ਮੇਰੀ ਕੈਬਨਿਟ ਦੇ ਵਿੱਚ ਨਰਿੰਦਰ ਮੋਦੀ ਦੀ ਕੈਬਨਿਟ ਦੇ ਨਾਲੋਂ ਵੱਧ ਸਿੱਖ ਮੰਤਰੀ ਨੇ। ਆਈ ਹੈਵ ਮੋਰ ਸਿੱਖ ਮਿਨਿਸਟਰਸ ਦੈਨ ਮੋਦੀ ਡਜ਼। ਇਹ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਨ, ਜਿਨ੍ਹਾਂ ਨੇ 2 ਵਾਰੀ ਆਪਣੀ ਵਜ਼ਾਰਤ ਦੇ ਵਿੱਚ ਮੋਦੀ ਨਾਲੋਂ ਵੱਧ ਸਿੱਖ ਮੰਤਰੀ ਰੱਖੇ ਨੇ। ਹੁਣ ਕੈਨੇਡਾ ਦੇ ਵਿੱਚ ਅਗਲੀ ਸਰਕਾਰ ਕਿਹਦੀ ਬਣਨੀ ਹੈ ਇਹ ਤਾਂ ਕੈਨੇਡਾ ਦੇ ਨਾਗਰਿਕ ਹੀ ਤੈਅ ਕਰਨਗੇ, ਪਰ ਇਹ ਵੀ ਸੱਚ ਹੈ ਕਿ ਟਰੂਡੋ ਦੁਨੀਆ ਭਰ ਦੇ ਹਰਮਨ ਪਿਆਰੇ ਸਿਆਸੀ ਲੀਡਰਾਂ ਦੇ ਵਿੱਚੋਂ ਇੱਕ ਹਨ। ਪੰਜਾਬੀਆਂ ਦੇ ਤਾਂ ਖਾਸ ਪਿਆਰੇ ਨੇ। ਖੈਰ, ਕੈਨੇਡਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਪਰ ਪੰਜਾਬੀਆਂ ਨੂੰ ਇਹਦੇ ਨਾਲ ਕੀ ਮਤਲਬ ਹੈ ਇਹ ਤੁਸੀਂ ਸੋਚ ਰਹੇ ਹੋਵੋਗੇ, ਪਰ ਮਤਲਬ ਬਿਲਕੁਲ ਹੈ, ਕਿਉਂਕਿ ਪੰਜਾਬੀਆਂ ਦਾ ਕੈਨੇਡਾ ਦੇ ਨਾਲ ਖਾਸ ਰਿਸ਼ਤਾ ਜੋ ਬਣਿਆ ਹੋਇਆ। ਅੱਧਾ ਪੰਜਾਬ ਤਾਂ ਕੈਨੇਡਾ ਦੇ ਵਿੱਚ ਜਾ ਕੇ ਵਸ ਗਿਆ। ਕੈਬਨਿਟ ਕੈਨੇਡਾ ਦੀ ਸਿੱਖਾਂ ਦੇ ਨਾਲ ਭਰੀ ਪਈ ਹੈ। ਇੱਕ ਪਾਰਟੀ ਦੇ ਲੀਡਰ ਤਾਂ ਸਿੱਖ ਨੌਜਵਾਨ ਜਗਮੀਤ ਸਿੰਘ ਨੇ। ਹਰ ਸ਼ਹਿਰ ਪਿੰਡ ਦੇ ਵਿੱਚ ਉੱਥੇ ਗੁਰੂ ਘਰ ਵਸ ਗਏ ਨੇ। ਪੰਜਾਬੀ ਜਿੰਨੇ ਕੈਨੇਡਾ ਪੜ੍ਹਨ ਦੇ ਲਈ ਜਾਂਦੇ ਨੇ ਉਨੇ ਸ਼ਾਇਦ ਹੋਰ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਨਹੀਂ ਜਾਂਦੇ। ਸੋ ਜਾਣਕਾਰੀ ਤਾਂ ਹਰ ਮੁਲਕ ਬਾਰੇ ਹੋਣੀ ਜ਼ਰੂਰੀ ਹੈ, ਤਾਂ ਕੈਨੇਡਾ ਦੇ ਬਾਰੇ ਵੀ ਜਾਣ ਲੈਂਦੇ ਹਾਂ। ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰੀ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਵਿੱਚ ਪੰਜਾਬੀ ਮੂਲ ਦੇ 47 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ, ਤੇ ਇਹਨਾਂ ਦੇ ਵਿੱਚੋਂ 21 ਪੰਜਾਬਣਾਂ ਵੀ ਟੱਕਰ ਦੇਣ ਦੇ ਲਈ ਮੈਦਾਨ ਦੇ ਵਿੱਚ ਉਤਰੀਆਂ ਨੇ। ਪਹਿਲਾਂ ਤਾਂ ਹਰ ਸਾਲ ਚੋਣ ਮੈਦਾਨ ਦੇ ਵਿੱਚ ਨਿਤਰੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਦਾ ਸਾਥ ਦੇਣ ਲਈ ਪੰਜਾਬੋਂ ਵੀ ਪੰਜਾਬੀ ਜਹਾਜ਼ੇ ਚੜ ਕੇ ਕੈਨੇਡਾ ਪਹੁੰਚ ਜਾਂਦੇ ਸੀ, ਪਰ ਇਸ ਵਾਰੀ ਪਹਿਲਾਂ ਤਾਂ ਜਿਹੜਾ ਉਡਾਣਾ ਹੀ ਬੰਦ ਨੇ, ਤੇ ਦੂਸਰਾ ਕੈਨੇਡਾ ਨੇ ਆਪਣੇ ਦਰਵਾਜ਼ੇ ਜੇ ਹੁਣ ਜਾ ਕੇ ਕਿਤੇ ਖੋਲੇ ਨੇ ਤਾਂ ਹੁਣ ਟਿਕਟਾਂ ਨੇ ਜਿਹੜੀਆਂ ਉਹ ਲੋੜੋਂ ਵੱਧ ਮਹਿੰਗੀਆਂ ਹੋ ਗਈਆਂ ਨੇ। ਤੇ ਕੈਨੇਡਾ ਨੇ ਵੀ ਸ਼ਰਤ ਲਾ ਦਿੱਤੀ ਹੈ ਕਿ ਵੈਕਸੀਨੇਸ਼ਨ ਹੈ ਜਿਹੜੀ ਉਹ ਕੰਪਲੀਟ ਹੋਣੀ ਚਾਹੀਦੀ ਹੈ, ਤੇ ਕੈਨੇਡਾ ਪਹੁੰਚਣ ਨੂੰ ਵੀ 3 ਤੋਂ 4 ਦਿਨ ਲੱਗ ਜਾਂਦੇ ਨੇ। ਇਸ ਕਰਕੇ ਪੰਜਾਬੀ ਉਮੀਦਵਾਰਾਂ ਦੇ ਬਹੁਤੇ ਰਿਸ਼ਤੇਦਾਰ ਸੱਜਣ ਮਿੱਤਰ ਇੱਥੇ ਬੈਠੇ ਹੀ ਆਪੋ ਆਪਣੇ ਜਿਹੜੇ ਕੈਨੇਡਾ 'ਚ ਬੈਠੇ ਰਿਸ਼ਤੇਦਾਰਾਂ ਦੋਸਤਾਂ ਨੂੰ ਫੋਨ ਕਰਕੇ ਵੋਟਾਂ ਮੰਗ ਰਹੇ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਕੁਝ ਖਾਸ ਉਮੀਦਵਾਰਾਂ ਦੇ ਬਾਰੇ ਜਾਣਕਾਰੀ ਦਿੰਨੇ ਆ। ਸਭ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਤੁਸੀਂ ਉਹਨਾਂ ਬਾਰੇ ਸਾਰੇ ਹੀ ਜਾਣਦੇ ਹੋ। ਹਰਜੀਤ ਸਿੰਘ ਸੱਜਣ ਇਸ ਵਾਰੀ ਦੱਖਣੀ ਵੈਨਕੂਵਰ ਤੋਂ ਚੋਣ ਮੈਦਾਨ ਦੇ ਵਿੱਚ ਨੇ। ਓਨਟਾਰੀਓ ਦੇ ਔਕਵਿਲਾ ਤੋਂ ਕੈਬਨਿਟ ਮੰਤਰੀ ਅਨੀਤਾ ਆਨੰਦ ਉਮੀਦਵਾਰ ਹੈ। ਵਾਟਰਲੂ ਤੋਂ ਮਿਨਿਸਟਰ ਬਰਦੀਸ਼ ਚੱਗੜ ਆਪਣੀ ਕਿਸਮਤ ਅਜ਼ਮਾ ਰਹੀ ਹੈ। ਐਨਡੀਪੀ ਦੇ ਮੁਖੀ ਜਗਮੀਤ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਤੇ ਇਸ ਵਾਰੀ ਜਸਟਿਨ ਟਰੂਡੋ ਨੇ ਜਿਹੜੇ ਉਹ ਬਰਨਬੀ ਦੱਖਣ ਤੋਂ ਟੱਕਰ ਦੇ ਰਹੇ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ। ਕੈਨੇਡਾ ਦੀ 44ਵੀਂ ਪਾਰਲੀਮੈਂਟ ਦੇ ਲਈ ਚੋਣਾਂ ਨੇ ਜਿਹੜੀਆਂ ਉਹ 20 ਸਤੰਬਰ ਨੂੰ ਹੋਣ ਜਾ ਰਹੀਆਂ ਨੇ। ਮਹਿਜ਼ 10-11 ਦਿਨ ਹੀ ਬਾਕੀ ਰਹਿ ਗਏ ਨੇ। ਮੁੱਖ ਤੌਰ ਤੇ 3 ਸਿਆਸੀ ਪਾਰਟੀਆਂ ਦੇ ਵਿੱਚ ਜਿਹੜਾ ਤਗੜਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਪਿਛਲੀ ਵਾਰ ਦੇ ਵਾਂਗੂ ਇਸ ਵਾਰੀ ਈਮੇਲ ਦੇ ਰਾਹੀਂ ਵੋਟ ਕਾਸਟਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ, ਯਾਨੀ ਕਿ ਈਮੇਲ ਦੇ ਰਾਹੀਂ ਵੀ ਤੁਸੀਂ ਆਪਣੀਆਂ ਵੋਟਾਂ ਪਾ ਸਕਦੇ ਹੋ। ਲਿਬਰਲ ਪਾਰਟੀ ਨੇ ਸਭ ਤੋਂ ਵੱਧ 17 ਪੰਜਾਬੀ ਉਮੀਦਵਾਰ ਨੇ ਜਿਹੜੇ ਮੈਦਾਨ ਦੇ ਵਿੱਚ ਉਤਾਰੇ ਨੇ। ਲਿਬਰਲ ਪਾਰਟੀ ਹੈ ਜਿਹੜੀ ਉਹ ਜਸਟਿਨ ਟਰੂਡੋ ਦੀ ਹੀ ਪਾਰਟੀ ਹੈ। ਕੰਜ਼ਰਵੇਟਿਵ ਪਾਰਟੀ ਦੇ ਵੱਲੋਂ 13 ਪੰਜਾਬੀ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਐਨਡੀਪੀ ਯਾਨੀ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ 10 ਪੰਜਾਬੀ ਉਮੀਦਵਾਰ ਚੋਣ ਲੜ ਰਹੇ ਨੇ। ਗ੍ਰੀਨ ਪਾਰਟੀ 1 ਅਤੇ 1 ਪੰਜਾਬੀ ਆਜ਼ਾਦ ਤੌਰ ਤੇ ਵੀ ਨਿਤਰਿਆ ਹੋਇਆ ਚੋਣ ਮੈਦਾਨ ਦੇ ਵਿੱਚ। 2019 ਦੀਆਂ ਚੋਣਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਉਮੀਦਵਾਰ ਮੈਦਾਨ ਦੇ ਵਿੱਚ ਸੀ। 19 ਚੋਣਾਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੀ। ਮੈਦਾਨ ਵਿੱਚ ਨਿਤਰੇ ਪੰਜਾਬੀ ਉਮੀਦਵਾਰਾਂ ਦੇ ਵਿੱਚੋਂ 16 ਸਿਟਿੰਗ ਮੈਂਬਰ ਪਾਰਲੀਮੈਂਟ ਨੇ। ਕਈ ਥਾਂ ਪੰਜਾਬੀ ਉਮੀਦਵਾਰਾਂ ਦੇ ਵਿੱਚ ਹੀ ਫਸਵੀਂ ਟੱਕਰ ਹੈ ਜਿਹੜੀ ਬਣੀ ਹੋਈ ਹੈ, ਯਾਨੀ ਕਿ ਵਿਰੋਧੀ ਪਾਰਟੀ ਦੇ ਵੱਲੋਂ ਵੀ ਪੰਜਾਬੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ, ਤੇ ਜਿਹੜੀ ਸੱਤਾਧਿਰ ਪਾਰਟੀ ਹੈ ਉਹਦੇ ਵੱਲੋਂ ਵੀ ਪੰਜਾਬੀ ਹੈ। ਸੋ ਪੰਜਾਬੀ ਦੇ ਵਿੱਚ ਹੀ ਟੱਕਰ ਹੈ ਜਿਹੜੀ ਬਣੀ ਹੋਈ ਹੈ। ਜਿਹੜੇ ਵੱਡੇ ਪੰਜਾਬੀ ਚਿਹਰੇ ਚੋਣ ਮੈਦਾਨ ਵਿੱਚ ਡਟੇ ਹੋਏ ਨੇ ਉਹਨਾਂ ਵਿੱਚ ਦੱਖਣੀ ਵੈਨਕੂਵਰ ਤੋਂ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸਣੇ, ਜਿਹੜਾ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਜਗਮੀਤ ਸਿੰਘ ਹੋ ਗਏ, ਇਹ ਸਾਰੇ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਲਿਬਰਲ ਪਾਰਟੀ ਦੇ ਵੱਲੋਂ ਬਰੈਂਪਟਨ ਉੱਤਰੀ ਤੋਂ ਰੂਬੀ ਸਹੋਤਾ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਪੱਛਮ ਤੋਂ ਕਮਲ ਖੇੜਾ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਇਹ ਜਿਹੜੇ ਪੂਰੇ ਸਾਬਤ ਸੂਰਤ ਸਿੱਖ ਉਮੀਦਵਾਰ ਹੈਗੇ ਨੇ, ਸਿੱਖ ਚਿਹਰਾ ਨੇ। ਬਰੈਂਪਟਨ ਪੂਰਬੀ ਤੋਂ ਮਨਿੰਦਰ ਸਿੱਧੂ ਨੇ, ਸਰੀ ਨਿਊਟਨ ਤੋਂ ਸੁਖ ਧਾਲੀਵਾਲ ਤੇ ਪੰਜਾਬੀ ਮੂਲ ਦੀ ਇੱਕ ਹੋਰ ਉਮੀਦਵਾਰ ਅੰਜੂ ਢਿੱਲੋਂ ਵੀ ਮੈਦਾਨ ਵਿੱਚ ਨਿਤਰੇ ਨੇ।
ਤੇ ਜੇ ਐਨਡੀਪੀ ਦੀ ਗੱਲ ਕਰ ਲਈਏ, ਜਿਹੜੀ ਜਗਮੀਤ ਸਿੰਘ ਦੀ ਪਾਰਟੀ ਹੈ, ਉਸ ਪਾਰਟੀ ਦੇ ਵੱਲੋਂ ਬਰੈਂਪਟਨ ਦੱਖਣੀ ਤੋਂ ਤੇਜਿੰਦਰ ਸਿੰਘ, ਬਰੈਂਪਟਨ ਪੂਰਬੀ ਤੋਂ ਗੁਰਪ੍ਰੀਤ ਗਿੱਲ, ਸਰੀ ਨਿਊਟਨ ਤੋਂ ਅਵਨੀਤ ਜੌਲ, ਕੈਲਗਰੀ ਸਕਾਈਵਿਊ ਤੋਂ ਗੁਰਮਿੰਦਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਸਿਟਿੰਗ ਐਮਪੀ ਟਿਮ ਉੱਪਲ, ਜਗ ਸਹੋਤਾ, ਜਸਰਾਜ ਸਿੰਘ ਸਮੇਤ ਇੰਦਰਾ ਬੈਂਸ, ਪ੍ਰੀਤੀ ਲਾਂਬਾ, ਨਵਲ ਬਜਾਜ, ਮੇਧਾ ਜੋਸ਼ੀ, ਰਮਨਦੀਪ ਬਰਾੜ, ਜਗਦੀਪ ਸਿੰਘ, ਟੀਨਾ ਬੈਂਸ ਤੇ ਸੁਖਬੀਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਗਿਆ। ਨਵਦੀਪ ਸਿੰਘ ਬੈਂਸ ਜਿਹੜੇ ਕਿ ਸਾਬਤ ਸੂਰਤ ਸਿੱਖ ਚਿਹਰਾ ਸਨ, ਉਹ ਟਰੂਡੋ ਦੀ ਵਜ਼ਾਰਤ ਵਿੱਚ ਮੰਤਰੀ ਸੀਗੇ, ਪਰ ਉਹਨਾਂ ਨੇ ਸਿਆਸਤ ਨੂੰ ਅਲਵਿਦਾ ਆਖ ਦਿੱਤੀ। ਇਸ ਕਰਕੇ ਇਸ ਵਾਰੀ ਉਹ ਚੋਣ ਮੈਦਾਨ ਦੇ ਵਿੱਚ ਨਹੀਂ ਹੈਗੇ। ਸੋ ਹੁਣ ਥੋੜੀ ਜਿਹੀ ਜਾਣਕਾਰੀ ਪਿਛਲੀਆਂ ਚੋਣਾਂ ਦੀ ਵੀ ਆਪਾਂ ਤੁਹਾਨੂੰ ਦੇ ਦਈਏ ਤਾਂ ਉਹਨਾਂ ਚੋਣਾਂ ਦੇ ਵਿੱਚ ਪੰਜਾਬੀਆਂ ਨੇ ਝੰਡੇ ਗੱਡੇ ਸੀ। ਪਿਛਲੀਆਂ ਚੋਣਾਂ ਵਿੱਚ 18 ਸਿੱਖਾਂ ਨੇ ਚੋਣ ਜਿੱਤ ਕੇ ਝੰਡੇ ਗੱਡੇ ਸੀ। ਕੈਨੇਡਾ ਦੇ ਵਿੱਚ ਸਿੱਖਾਂ ਦੀ ਸਿਰਫ 1% ਵਸੋਂ ਹੈ, ਪਰ ਉਹ ਚੋਣ ਨਤੀਜਿਆਂ ਦਾ ਨਿਤਾਰਾ ਕਰਨ ਦੇ ਵਿੱਚ ਅਹਿਮ ਰੋਲ ਹੁਣ ਨਿਭਾਉਣ ਲੱਗੇ ਨੇ। ਇਸੇ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਨੇ। ਖਾਸ ਕਰਕੇ ਖਾਲਸਾ ਸਿਰਜਣਾ ਦਿਹਾੜੇ ਦੀਆਂ ਮੁਬਾਰਕਾਂ ਉਹ ਦਿੰਦੇ ਦਿਖਾਈ ਦਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਤੇ ਜਿੱਥੇ ਜਿੱਥੇ ਵੀ ਪੰਜਾਬੀ ਵਸੇ ਹੋਏ ਨੇ ਉੱਥੇ ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਅਹਿਮੀਅਤ ਹੈ, ਜਿਹੜੀ ਤਵੱਜੋ ਹੈ ਉਹ ਦਿੱਤੀ ਜਾਂਦੀ ਹੈ। ਕੈਨੇਡਾ ਦੇ ਵਿੱਚ ਕਰਵਾਏ ਗਏ ਤਾਜ਼ਾ ਸਰਵੇ ਤੋਂ ਪਤਾ ਲੱਗਿਆ ਕਿ ਇਸ ਵਾਰੀ ਮੁਕਾਬਲਾ ਬਹੁਤ ਫਸਮਾ ਹੈ। ਜੇਤੂ ਅਤੇ ਹਾਰਨ ਵਾਲਿਆਂ ਦੇ ਵਿੱਚ 2% ਦਾ ਹੀ ਫਰਕ ਹੈ ਜਿਹੜਾ ਉਹ ਰਹਿਣ ਵਾਲਾ ਹੈ। ਪਿਛਲੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਨੂੰ 34%, ਕੰਜ਼ਰਵੇਟਿਵ ਪਾਰਟੀ ਨੂੰ 28% ਤੇ ਐਨਡੀਪੀ ਨੂੰ 22% ਵੋਟਾਂ ਮਿਲੀਆਂ ਸੀ। ਉਦੋਂ ਵੀ ਫਰਕ ਬਹੁਤ ਜ਼ਿਆਦਾ ਤਾਂ ਨਹੀਂ ਸੀ, ਪਰ ਫਰਕ ਸੀਗਾ। ਪਰ ਇਸ ਵਾਰੀ ਕਹਿੰਦੇ 2% ਦਾ ਹੀ ਫਰਕ ਰਹਿਣ ਵਾਲਾ ਹੈ। ਚੋਣਾਂ ਦੇ ਲਈ ਨੋਟੀਫਿਕੇਸ਼ਨ ਲੰਘੀ 15 ਅਗਸਤ ਨੂੰ ਜਾਰੀ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਤੋਂ ਬਾਅਦ ਕਰੋਨਾ ਕਰਕੇ ਇਸ ਵਾਰੀ ਚੋਣ ਮੁਹਿੰਮ ਦੀਆਂ ਰੌਣਕਾਂ ਥੋੜੀਆਂ ਫਿੱਕੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ, ਪਰ ਫਿਰ ਵੀ ਚੋਣ ਮੁਹਿੰਮ ਹੈ ਜਿਹੜੀ ਭਖੀ ਹੋਈ ਹੈ, ਕਿਉਂਕਿ ਹੁਣ ਮਹਿਜ਼ 10-11 ਦਿਨ ਰਹਿ ਗਏ ਨੇ। ਤੇ ਇਸ ਵਾਰੀ ਪਹਿਲੀ ਵਾਰੀ ਜਿਹੜਾ ਇਹ ਦਿਖ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਈ ਥਾਈਂ ਵਿਰੋਧ ਵੀ ਕਰ ਰਹੇ ਨੇ। ਕੱਲ ਤਾਂ ਜਸਟਿਨ ਟਰੂਡੋ ਦੇ ਉੱਤੇ ਨਿੱਕੇ ਪੱਥਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ ਸੀ, ਹਾਲਾਂਕਿ ਉਹ ਵਾਲ-ਵਾਲ ਬਚ ਗਏ। ਤੇ ਇੱਕ ਦਿਨ ਪਹਿਲਾਂ ਚੋਣ ਰੈਲੀ ਜਿਹੜੀ ਹੈਗੀ ਹੈ ਉਹਦੇ ਵਿੱਚੋਂ ਰੈਲੀ ਕਰੇ ਤੋਂ ਬਿਨਾਂ ਹੀ ਵਾਪਸ ਮੁੜ ਆਏ ਸੀ, ਕਿਉਂਕਿ ਲੋਕ ਜ਼ਬਰਦਸਤ ਨਾਅਰੇਬਾਜ਼ੀ ਹੈ ਜਿਹੜੀ ਉਹ ਕਰ ਰਹੇ ਸੀ। ਸੋ ਕੈਨੇਡਾ ਚੋਣਾਂ ਨੂੰ ਲੈ ਕੇ 10 ਦਿਨਾਂ ਦੇ ਵਿੱਚ ਸਾਡਾ ਜਿਹੜਾ ਖਾਸ ਬੁਲੇਟਿਨ ਹੈ, ਕੈਨੇਡਾ ਚੋਣ ਬੁਲੇਟਿਨ, ਉਹ ਜਾਰੀ ਰਹੇਗਾ। ਜਾਣਕਾਰੀ ਹੈ ਜਿਹੜੀ ਉਹ ਦਿੰਦੇ ਰਹਾਂਗੇ। ਧੰਨਵਾਦ।